इस वीडियो ਦੇ ਵਿੱਚ ਆਪਾਂ ਦੋ ਕੁਐਸਚਨ ਡਿਸਕਸ ਕਰਾਂਗੇ, ਕੁਐਸਚਨ ਨੰਬਰ 21 ਤੇ ਕੁਐਸਚਨ ਨੰਬਰ 22। ਹੁਣ ਤੱਕ ਜਿੰਨਾ ਵੀ ਆਪਾਂ ਕਨਸੈਪਟ ਕੰਪਾਊਂਡ ਇੰਟਰਸਟ ਦੇ ਕੇਸ ਦੇ ਵਿੱਚ ਡਿਸਕਸ ਕੀਤਾ ਹੈ, ਉਹਦੇ ਵਿੱਚ ਆਪਾਂ ਅਮਾਉਂਟ ਫਾਈਂਡ ਆਊਟ ਕਰਨੀ, ਕੰਪਾਊਂਡ ਇੰਟਰਸਟ ਫਾਈਂਡ ਆਊਟ ਕਰਨਾ ਔਰ ਪ੍ਰੈਜ਼ੈਂਟ ਵੈਲਿਊ ਜਾਂ ਪ੍ਰਿੰਸੀਪਲ ਅਮਾਉਂਟ ਫਾਈਂਡ ਆਊਟ ਕਰਨੀ, ਇਹ ਚੀਜ਼ ਸਿੱਖੀ ਹੈ। ਹੁਣ ਉਹਨਾਂ ਦੇ ਬੇਸ ਤੇ ਆਪਣੇ ਕੋਲੇ ਦੋ ਕੁਐਸਚਨ ਦਿੱਤੇ ਹੋਏ ਆ, ਜਿਹਦੇ ਵਿੱਚ क्वेश्चन नंबर 21 ਦੇ ਵਿੱਚ ਉਹ ਕਹਿ ਰਿਹਾ ਹੈ डिवाइड ₹5,20,400 बिटवीन रमेश एंड सुरेश इन सच ए वे that the amounts that Ramesh receives in 2 years and Suresh in 4 years are equal when interest is 4% per annum compounded annually। तो वो कह रहा है कि 5,20,400 रुपये ਨੂੰ ਰਮੇਸ਼ ਤੇ ਸੁਰੇਸ਼ ਦੇ ਵਿੱਚ ਦੋ ਹਿੱਸਿਆਂ 'ਚ ਵੰਡਣਾ ਹੈ ਆਪਾਂ, ਔਰ ਇਸ ਤਰੀਕੇ ਨਾਲ ਵੰਡਣਾ ਹੈ ਕਿ ਰਮੇਸ਼ ਨੂੰ ਜੋ ਵੀ ਅਮਾਉਂਟ ਮਿਲੇਗੀ ਉਸ ਨੂੰ 2 ਸਾਲਾਂ ਦੇ ਵਿੱਚ, ਔਰ ਜੋ ਵੀ ਅਮਾਉਂਟ ਸੁਰੇਸ਼ ਨੂੰ ਮਿਲੇਗੀ ਉਹ 4 ਸਾਲਾਂ ਦੇ ਵਿੱਚ। ਜਿੰਨੀ ਵੀ ਅਮਾਉਂਟ ਬਣੇਗੀ 4% ਪਰ ਐਨਮ ਦੇ ਹਿਸਾਬ ਨਾਲ ਇੰਟਰਸਟ ਲੱਗਦੇ ਹੋਏ, ਔਰ ਇੰਟਰਸਟ ਐਨੂਅਲੀ ਕੰਪਾਊਂਡ ਹੁੰਦਾ ਹੋਵੇ ਜੇਕਰ, ਤਾਂ ਰਮੇਸ਼ ਨੂੰ 2 ਸਾਲਾਂ ਬਾਅਦ ਜੋ ਪੈਸਾ ਮਿਲੇਗਾ ਔਰ ਸੁਰੇਸ਼ ਨੂੰ 4 ਸਾਲਾਂ ਬਾਅਦ ਜੋ ਪੈਸਾ ਮਿਲੇਗਾ ਉਹ ਇਕੁਅਲ ਹੋਏਗਾ। ਤਾਂ ਦੇਖੋ ਇਹਦੇ ਟੋਟਲ ਜੋ ਸਮ ਦਿੱਤਾ ਹੋਇਆ ਹੈ, ਟੋਟਲ ਜੋ ਪ੍ਰਿੰਸੀਪਲ ਵੈਲਿਊ ਦਿੱਤੀ ਹੋਈ ਹੈ ਉਹ 5,20,400 रुपये ਦਿੱਤੀ ਹੋਈ ਹੈ ਜੋ ਇਨਵੈਸਟ ਹੋਣੀ ਹੈ। ਲੇਕਿਨ ਉਹਦੇ ਵਿੱਚੋਂ ਕਿੰਨਾ ਹਿੱਸਾ ਰਮੇਸ਼ ਦਾ ਹੋਏਗਾ, ਕਿੰਨਾ ਹਿੱਸਾ ਸੁਰੇਸ਼ ਦਾ ਹੋਏਗਾ, ਉਹ ਆਪਾਂ ਨੂੰ ਪਤਾ ਕਰਨਾ ਹੈ। ਤਾਂ ਆਪਾਂ ਐਜ਼ਿਊਮ ਕਰਦੇ ਹਾਂ ਲੈਟ ਸ਼ੇਅਰ ਆਫ ਰਮੇਸ਼ ਇਨ ਦਾ ਟੋਟਲ ਸਮ, ਕਿ ਟੋਟਲ 5,20,400 रुपये ਦੇ ਵਿੱਚ ਮੰਨ ਕੇ ਚੱਲਦੇ ਹਾਂ ਕਿ ਰਮੇਸ਼ ਦਾ ਜੋ ਪੈਸਾ ਹੈ, ਰਮੇਸ਼ ਨੂੰ ਜੋ ਮਿਲੇਗਾ ਉਹ X रुपीज़ ਮਿਲੇਗਾ, ਔਰ ਸੁਰੇਸ਼ ਨੂੰ ਜੋ ਮਿਲੇਗਾ ਉਹ ਬਾਕੀ ਜੋ ਬਚੇਗਾ 5,20,400 ਦੇ ਵਿੱਚੋਂ ਆਪਾਂ X ਮਾਈਨਸ ਕਰ ਦਾਂਗੇ, ਤਾਂ ਜੋ ਹਿੱਸਾ ਸੁਰੇਸ਼ ਨੂੰ ਮਿਲੇਗਾ ਉਹ ਹੋਏਗਾ 5,20,400 ਮਾਈਨਸ X। रेट ऑफ इंटरस्ट दोनों के केस से सेम है 4% पर एनम, और कंपाउंड किमें होना है, एनुअली कंपाउंड होना है, स्पैसीफिकली मैंशन किया हुआ है क्वेश्चन दे विच। टाइम पीरियड जो है वो रमेश के वास्ते 2 सालों का दिता है और सुरेश के वास्ते 4 सालों का दिता हुआ है। हुण बेटा अकॉर्डिंग टू क्वेश्चन उन्हें क्या है, अमाउंट रिसीव्ड बाय रमेश एंड अमाउंट रिसीव्ड बाय सुरेश विल बी इक्वल। ठीक है, ਤਾਂ ਇਹ ਕੁਐਸਚਨ ਦੇ ਵਿੱਚ ਆਪਾਂ ਨੂੰ ਹਿੰਟ ਦਿੱਤਾ ਹੋਇਆ ਹੈ। ਤਾਂ ਕੁਐਸਚਨ ਦੇ ਵਿੱਚੋਂ ਆਪਾਂ ਇੱਕ ਕਲੂ ਚੱਕਿਆ ਹੈ। ਤਾਂ ਅਮਾਊਂਟ ਰਿਸੀਵਡ ਬਾਈ ਰਮੇਸ਼, ਦੇਖੋ ਰਮੇਸ਼ ਨੇ ਜੋ ਪੈਸਾ ਆਪਣਾ ਇਨਵੈਸਟ ਕੀਤਾ ਉਹ 2 ਸਾਲਾਂ ਵਾਸਤੇ ਕੀਤਾ। ਹੁਣ ਕਿੰਨੀ ਪ੍ਰਿੰਸੀਪਲ ਅਮਾਊਂਟ ਰਮੇਸ਼ ਨੂੰ ਮਿਲੀ ਸੀ, ਆਪਾਂ ਉਹ ਐਜ਼ਿਊਮ ਕੀਤੀ ਸੀ X रुपीज़ ਇਨਟੂ 1 ਪਲੱਸ ਰੇਟ ਦੋਨਾਂ ਦੇ ਕੇਸ 'ਚ ਸੇਮ ਸੀ 4% ਪਰ ਐਨਮ, ਔਰ ਕੰਪਾਊਂਡ ਵੀ ਐਨੂਅਲੀ ਹੋ ਰਿਹਾ ਹੈ ਤਾਂ ਆਪਾਂ 4% ਰੇਟ ਹੀ ਪਿਕ ਕਰਾਂਗੇ। 4/100 ਪਾਵਰ टाइम पीरियड जो रमेश के केस से दिता होया वो 2 सालों का दिता होया, तो पावर बन जाएगी 2। उस तरीके नाल सुरेश के वास्ते जो अमाउंट बनेगी वो प्रिंसीपल इंटू 1 प्लस रेट ओवर 100 पावर टी, सेम वही फॉर्मूला रहेगा। प्रिंसीपल अमाउंट सुरेश के केस च की सी कि टोटल 5,20,400 रुपये के विचों जेकर X रुपीज़ जेकर आपां रमेश ਨੂੰ ਦੇ ਰਹੇ हैं ਤਾਂ ਬਾਕੀ ਜੋ ਪੈਸਾ ਸੀਗਾ ਉਹ ਸੁਰੇਸ਼ ਦੇ ਹਿੱਸੇ ਆ ਰਿਹਾ ਸੀਗਾ। ਤਾਂ ਉਸਨੇ ਸੁਰੇਸ਼ ਨੇ ਕਿੰਨਾ ਪੈਸਾ ਇਨਵੈਸਟ ਕੀਤਾ, ਉਹਦੀ ਪ੍ਰਿੰਸੀਪਲ ਅਮਾਊਂਟ ਕਿੰਨੀ ਸੀ 5,20,400 ਮਾਈਨਸ X ਇਨਟੂ 1 ਪਲੱਸ ਰੇਟ ਕਿੰਨਾ ਸੀ, ਉਹਦੇ ਕੇਸ 'ਚ ਵੀ 4% ਹੀ ਹੈ ਤਾਂ 4/100 ਪਾਵਰ ਇੱਥੇ ਟਾਈਮ ਪੀਰੀਅਡ ਕਿੰਨਾ ਸੀਗਾ, ਸੁਰੇਸ਼ ਨੇ ਜੋ ਪੈਸਾ ਇਨਵੈਸਟ ਕੀਤਾ ਉਹ 4 ਸਾਲਾਂ ਦੇ ਟਾਈਮ ਪੀਰੀਅਡ ਵਾਸਤੇ ਕੀਤਾ ਤਾਂ ਪਾਵਰ ਬਣ ਗਈ 4। ਲੈਫਟ ਸਾਈਡ ਦੇ ਵਿੱਚ ਆਪਣੇ ਕੋਲ ਆਇਆ X, ਇਸ ਨੂੰ ਆਪਾਂ ਐਲਸੀਐਮ ਲੈ ਕੇ ਸੋਲਵ ਕੀਤਾ 104/100 ਦੀ ਪਾਵਰ ਬਣ ਗਈ 2 इक्वल टू राइट हैंड साइड दे विच आ प्रिंसीपल अमाउंट है, ਇਹਦਾ एलसीएम लिता 104/100 ਦੀ ਪਾਵਰ ਬਣ ਗਈ 4। ਅੱਛਾ, ਇਸ ਨੂੰ ਆਪਾਂ 104 ਨੂੰ 100 ਤੇ ਡਿਵਾਈਡ ਕੀਤਾ 1.04 ਦੀ ਪਾਵਰ ਬਣ ਗਈ 2, ਇੱਥੇ ਬਣ ਗਈ ਪਾਵਰ 4, 1.04 ਦੀ ਪਾਵਰ ਬਣ ਗਈ 4। ਹੁਣ ਇਹ ਜੋ 1.04 ਦੀ ਪਾਵਰ 2 ਹੈ ਇੱਥੇ ਮਲਟੀਪਲਾਈ 'ਚ ਹੈ, ਜੇ ਆਪਾਂ ਉਸ ਨੂੰ ਸ਼ਿਫਟ ਕਰ ਦਈਏ ਰਾਈਟ ਹੈਂਡ ਸਾਈਡ ਦੇ ਵਿੱਚ ਤਾਂ ਉਹ ਜਾ ਕੇ ਡਿਵਾਈਡ ਕਰ ਦੇਗੀ। ਤਾਂ 1.04 ਦੀ ਪਾਵਰ 4 ਹੈ, ਉਸ ਨੂੰ ਆਪਾਂ ਡਿਵਾਈਡ ਕਰ ਦਾਂਗੇ 1.04 ਦੀ ਪਾਵਰ 2 ਨਾਲ। ਤਾਂ ਜਦੋਂ ਡਿਵਾਈਡ ਕਰਾਂਗੇ ਤਾਂ ਪਾਵਰ ਆਪਣੇ ਕੈਂਸਲ ਆਊਟ ਹੋ ਜਾਣਗੇ, ਤਾਂ ਉੱਪਰ ਪਾਵਰ ਆਪਣੀ ਬਚੇਗੀ 2, ਤਾਂ X ਇਜ਼ ਇਕੁਅਲ ਟੂ ਬਚੇਗਾ 5,20,400 ਮਾਈਨਸ X ਇਨਟੂ 1.04 ਦੀ ਪਾਵਰ 2। ਹੁਣ 1.04 ਦੀ ਪਾਵਰ 2 ਇਸ ਨੂੰ ਜੇਕਰ ਆਪਾਂ ਸੋਲਵ ਕਰੀਏ ਤਾਂ ਆਪਣਾ ਰਿਜ਼ਲਟ ਆਏਗਾ 1.0816। ਹੁਣ ਇਸ ਨੂੰ ਜੇਕਰ ਆਪਾਂ ਮਲਟੀਪਲਾਈ ਕਰੀਏ ਤਾਂ ਇਹਦੀ ਬ੍ਰੈਕਟ ਖੁੱਲੂਗੀ 5,20,400 रुपये ਨਾਲ। ਇੱਕ ਵਾਰੀ ਮਲਟੀਪਲਾਈ ਕਰਾਂਗੇ ਇਸ ਫਿਗਰ ਨੂੰ ਤਾਂ ਇਹ ਬਣ ਜਾਏਗੀ ਅਮਾਊਂਟ 5,62,864 रुपये 64 पैसे ਮਾਈਨਸ X ਨਾਲ ਜਦੋਂ ਇਸ ਨੂੰ ਮਲਟੀਪਲਾਈ ਕਰਾਂਗੇ ਤਾਂ 1.0816 ਇੰਟੂ X। ਹੁਣ ਇਹ ਜੋ ਆਪਣੀ ਫਿਗਰ ਹੈ ਇਹਦੇ ਨਾਲ ਵੇਰੀਏਬਲ X ਲੱਗਿਆ ਹੋਇਆ ਹੈ,
ਤਾਂ ਆਪਾਂ x ਵੇਰੀਏਬਲ ਇੱਕ ਪਾਸੇ ਕਰ ਲਾਂਗੇ ਔਰ ਕਾਂਸਟੈਂਟ ਇੱਕ ਪਾਸੇ ਕਰ ਲਾਂਗੇ। ਤਾਂ x ਆ ਜੋ ਮਾਈਨਸ ਦੀ ਫਿਗਰ ਹੈ ਉੱਥੇ ਜਾ ਕੇ ਕੀ ਹੋ ਜਾਏਗੀ, ਪਲੱਸ ਦੀ ਹੋ ਜਾਏਗੀ ਲੈਫਟ ਹੈਂਡ ਸਾਈਡ ਦੇ ਵਿੱਚ। ਤਾਂ x plus 1.0816x ਇਜ਼ ਇਕੁਅਲ ਟੂ 5,62,864 ਰੁਪਏ 64 ਪੈਸੇ। ਹੁਣ ਲੈਫਟ ਹੈਂਡ ਸਾਈਡ ਦੇ ਵਿੱਚ ਦੋਨਾਂ ਫਿਗਰਾਂ ਨੂੰ ਜਦੋਂ ਆਪਾਂ ਐਡ ਕਰਾਂਗੇ ਤਾਂ x ਦੇ ਵਿੱਚ 1.0816x ਐਡ ਕਰਕੇ 2.0816x ਬਣ ਜਾਏਗਾ। ਰਾਈਟ ਹੈਂਡ ਸਾਈਡ ਦੇ ਵਿੱਚ ਆਪਣੇ ਕੋਲ ਵੈਲਿਊ ਸੀ 5,62,864 ਰੁਪਏ 64 ਪੈਸੇ। ਤਾਂ ਜਦੋਂ ਆਪਾਂ x ਦੀ ਵੈਲਿਊ ਕੈਲਕੂਲੇਟ ਕਰਨੀ ਹੈ ਤਾਂ ਇਹ ਫਿਗਰ ਜਿਹੜੀ ਹੈ ਉਹ ਜਾ ਕੇ ਡਿਵਾਈਡ ਕਰ ਦੇਗੀ ਰਾਈਟ ਹੈਂਡ ਸਾਈਡ ਦੇ ਵਿੱਚ। ਤਾਂ 5,62,864.64 ਉਸ ਨੂੰ ਆਪਾਂ ਡਿਵਾਈਡ ਕਰੀਏ ਜੇਕਰ 2.0816 ਨਾਲ ਤਾਂ ਆਪਣੇ ਕੋਲ 2,70,400 ਰੁਪਏ ਨਿਕਲੇਗੀ x ਦੀ ਵੈਲਿਊ। ਇਹਦਾ ਮਤਲਬ ਕਿ ਟੋਟਲ ਜੋ ਸਮ ਸੀ ਉਹਦੇ ਵਿੱਚ ਰਮੇਸ਼ ਦਾ ਜੋ ਹਿੱਸਾ ਸੀ ਉਹ ਬਣਦਾ ਸੀ 2,70,400 ਔਰ ਸੁਰੇਸ਼ ਦਾ ਜੋ ਹਿੱਸਾ ਬਣਦਾ ਸੀ ਉਹ ਰਿਮੇਨਿੰਗ ਅਮਾਊਂਟ ਬਣਦੀ ਸੀ ਜੋ ਕਿ 5,20,400 ਦੀ ਟੋਟਲ ਅਮਾਊਂਟ ਦੇ ਵਿੱਚੋਂ ਜੇਕਰ ਆਪਾਂ 2,70,400 ਮਾਈਨਸ ਕਰੀਏ ਤਾਂ 2,50,000 ਰੁਪਏ। ਇਹਦਾ ਮਤਲਬ ਇਹ ਹੈ ਕਿ 2,70,400 ਰੁਪਏ ਰਮੇਸ਼ ਨੇ ਇਨਵੈਸਟ ਕੀਤੇ ਔਰ 2,50,000 ਰੁਪਏ ਸੁਰੇਸ਼ ਨੇ ਇਨਵੈਸਟ ਕੀਤੇ। ਤਾਂ ਰਮੇਸ਼ ਨੇ 2 ਸਾਲ ਵਾਸਤੇ ਇਨਵੈਸਟ ਕੀਤਾ, ਸੁਰੇਸ਼ ਨੇ 4 ਸਾਲ ਵਾਸਤੇ ਇਨਵੈਸਟ ਕੀਤਾ ਔਰ 2 ਤੇ 4 ਸਾਲਾਂ ਬਾਅਦ ਜੋ ਪੈਸਾ ਉਹਨਾਂ ਨੂੰ ਮਿਲਿਆ ਉਹ ਅਮਾਊਂਟ ਜੋ ਸੀ ਉਹ ਕਿਸੇ ਇਕੁਅਲ ਸੀ ਉਹਨਾਂ ਦੀ। ਲੋ ਬੇਟਾ ਨੈਕਸਟ ਕੁਐਸਚਨ ਦੇਖੋ, ਕੁਐਸਚਨ ਨੰਬਰ 22। ਉਹਦੇ ਵਿੱਚ ਲਿਖਦਾ ਹੈ ਸੁਨੀਤਾ ਬੋਰੋਡ ਏ ਸਮ ਆਫ ਮਨੀ ਐਂਡ ਕਲੀਅਰਡ ਦਾ ਲੋਨ ਬਾਈ ਪੇਇੰਗ ₹3450 ਐਟ ਦਾ ਐਂਡ ਆਫ ਦਾ ਫਸਟ ਈਅਰ। ਕਹਿੰਦਾ ਸੁਨੀਤਾ ਨੇ ਕੁਝ ਪੈਸਾ ਬੋਰੋ ਕੀਤਾ ਜਿਸ ਨੂੰ ਉਸਨੇ ਇਸ ਤਰੀਕੇ ਨਾਲ ਕਲੀਅਰ ਕੀਤਾ ਕਿ 3450 ਰੁਪਏ ਤਾਂ ਉਸਨੇ ਦਿੱਤੇ ਐਟ ਦਾ ਐਂਡ ਆਫ ਦਾ ਫਸਟ ਈਅਰ ਐਂਡ ₹6300 ਐਟ ਦਾ ਐਂਡ ਆਫ ਦਾ ਸੈਕੰਡ ਈਅਰ ਔਰ 6300 ਰੁਪਏ ਉਸਨੇ ਮੋੜੇ ਦੂਸਰੇ ਸਾਲ ਦੇ ਐਂਡ 'ਚ। ਇਫ ਦਾ ਰੇਟ ਆਫ ਕੰਪਾਊਂਡ ਇੰਟਰਸਟ ਇਜ਼ 5% ਪਰ ਐਨਮ, ਜੇਕਰ ਰੇਟ ਆਫ ਇੰਟਰਸਟ ਜੋ ਸੀ ਉਹ 5% ਪਰ ਐਨਮ ਸੀ, ਫਾਈਂਡ ਦਾ ਸਮ ਬੋਰੋਡ, ਤਾਂ ਕਿੰਨਾ ਪੈਸਾ ਉਸਨੇ ਬੋਰੋ ਕੀਤਾ ਉਹ ਫਾਈਂਡ ਆਊਟ ਕਰਨਾ ਹੈ। यानी प्रिंसीपल अमाउंट आप फाइंड आउट करनी है, रेट 5% पर एनम है, टाइम 2 सालों का है, लेकिन उसने सारा पैसा इकट्ठा 2 साल बाद वापस नहीं किया। 3450 रुपये उसने पहले साल के एंड च वापस करते और 6300 रुपये उसने दूजे साल के एंड च वापस करते। तो देखो आप इसनों किवें सॉल्व करेंगे। अमाउंट इज इक्वल टू प्रिंसीपल इंटू 1 प्लस रेट ओवर 100 पावर टी। ਹੁਣ ਦੇਖੋ ਜੋ ਟਾਈਮ ਪੀਰੀਅਡ ਆਪਾਂ ਨੂੰ 2 ਸਾਲਾਂ ਦਾ ਦਿੱਤਾ ਹੋਇਆ ਹੈ ਉਸ ਨੂੰ ਆਪਾਂ ਨੂੰ ਇੱਕ ਸਾਲ 'ਚ ਡਿਵਾਈਡ ਕਰਨਾ ਪਏਗਾ। ਫॉर ਫਸਟ ਈਅਰ ਕਿਉਂਕਿ ਦੇਖੋ ਕੁਝ ਪੈਸਾ ਉਹ ਪਹਿਲੇ ਸਾਲ ਦੇ ਐਂਡ 'ਚ ਵਾਪਸ ਕਰ ਰਿਹਾ ਹੈ ਤਾਂ ਇੱਕ ਵਾਰੀ ਆਪਾਂ ਕੈਲਕੂਲੇਟ ਕਰਾਂਗੇ ਕਿ ਜਿੰਨੀ ਵੀ ਪ੍ਰਿੰਸੀਪਲ ਅਮਾਊਂਟ ਸੀ, ਹੁਣ ਆਪਾਂ ਨੂੰ ਨਹੀਂ ਪਤਾ ਕਿੰਨਾ ਪੈਸਾ ਬੋਰੋ ਕੀਤਾ ਸੀਗਾ ਤਾਂ ਆਪਾਂ ਪ੍ਰਿੰਸੀਪਲ ਅਮਾਊਂਟ ਆਪਾਂ ਨੂੰ ਪਤਾ ਨਹੀਂ, ਉਸ ਨੂੰ ਐਜ਼ ਇਟ ਇਜ਼ ਉਹੀ ਪੀ ਅਸਿਊਮ ਕਰਕੇ ਚੱਲਾਂਗੇ। 1 प्लस रेट 5% पर एनम है, टाइम पीरियड 2 साल का दिता है लेकिन आप इतने पहले साल का ला के चलांगे टाइम पीरियड, यानी जिन्नी भी प्रिंसीपल अमाउंट उसने बोरो की सी उहदे उत्ते 5% के हिसाब नाल 1 साल का यानी पहले साल के एंड च टोटल अमाउंट कितनी बन रही है वो आप फाइंड आउट करांगे। अच्छा जे इहदा एलसीएम लईए तो 105/100 डिवाइड करके 1.05 इंटू पी। हुण प्रिंसीपल अमाउंट आपां नूं पता नहीं तो आपां अमाउंट कैलकुलेट कर ली P इंटू 1.05, यानी ये की बनया, ये बनी अमाउंट पहले साल के एंड च जिहदे विच कंपाउंड इंटरस्ट भी इंक्लूड हो गया। तो अमाउंट ड्यू आफ्टर 1 ईयर यानी कि 1 साल बाद कितनी अमाउंट ड्यू हुई जो आप पे करनी सी वो P इंटू 1.05। अमाउंट पेड एट द एंड ऑफ द फर्स्ट ईयर, पहले साल के एंड च कितना पैसा पे किया उसने 3450 रुपये पे किए। तो रिमेनिंग अमाउंट ड्यू फॉर द सैकेंड ईयर यानी कि जो दूसरा साल स्टार्ट होएगा अपना तो उदों कितना पैसा देने वाला पिया उसका, तो वो वास्ते आप देखेंगे कि पहले साल के एंड च टोटल अमाउंट बनी सी P इंटू 1.05, वो 3450 रुपये दे दिते तो जो अमाउंट बची वो दूसरे साल असी पे करनी है इनकलूड करके वो इंटरस्ट, यानी कि दूसरे साल के शुरू दे विच प्रिंसीपल अमाउंट की बन जाएगी आ फिगर। तो आप दूसरे साल के एंड ते कितनी अमाउंट टोटल देनी है वो वास्ते आप फिर वही फॉर्मूला अप्लाई करांगे, अमाउंट इज इक्वल टू प्रिंसीपल इंटू 1 प्लस रेट ओवर 100 पावर टी, ठीक है, फॉर द सैकेंड ईयर। हुण अमाउंट जी हैगी है देखो, हुण आपां नूं पता है क्योंकि आप दूसरे साल के एंड च कितने पैसे देने हैं 6300 रुपये दे रहे हैं उसनूं, तो 6300 रुपये आप उसनूं दे रहे हैं वो अमाउंट बन जाएगी दूसरे साल के एंड वास्ते इज इक्वल टू
ਜੋ ਪ੍ਰਿੰਸੀਪਲ ਅਮਾਉਂਟ ਹੈ, ਪ੍ਰਿੰਸੀਪਲ ਅਮਾਉਂਟ ਜੋ ਮੈਂ ਕਹੀ ਕਿ ਦੂਸਰੇ ਸਾਲ ਦੇ ਸ਼ੁਰੂ 'ਚ ਇੰਨਾ ਪੈਸਾ ਡਿਊ ਹੋਇਆ ਪਿਆ ਹੈ, ਤਾਂ ਇਹ ਪ੍ਰਿੰਸੀਪਲ ਅਮਾਉਂਟ ਬਣ ਜਾਏਗੀ ਦੂਸਰੇ ਸਾਲ ਦੇ ਸ਼ੁਰੂ 'ਚ। ਤਾਂ ਆਪਾਂ ਪ੍ਰਿੰਸੀਪਲ ਅਮਾਉਂਟ ਦੀ ਥਾਂ ਤੇ ਰਿਪਲੇਸ ਕਰ ਦਾਂਗੇ P ਇੰਟੂ 1.05 ਮਾਈਨਸ 3450, ਇਹ ਪ੍ਰਿੰਸੀਪਲ ਅਮਾਉਂਟ ਬਣ ਗਈ, ਇੰਟੂ 1 ਪਲੱਸ ਰੇਟ, ਰੇਟ ਉਹੀ ਹੈ 5%, ਔਰ ਟਾਈਮ ਪੀਰੀਅਡ 1 ਸਾਲ ਦੇ ਲੈ ਕੇ ਚੱਲਾਂਗੇ ਸੈਕਿੰਡ ਈਅਰ ਦਾ। ਹੁਣ 6300 ਰੁਪਏ ਇਜ਼ ਇਕੁਅਲ ਟੂ ਆ ਗਿਆ ਆ ਫਿਗਰ, ਇਸ ਦਾ ਐਲਸੀਐਮ ਲਿੱਤਾ 105/100, 105 ਨੂੰ 100 ਤੇ ਡਿਵਾਈਡ ਕੀਤਾ 1.05। ਹੁਣ 1.05 ਨੂੰ ਜਦੋਂ ਆਪਾਂ ਇਹਦੇ ਨਾਲ ਮਲਟੀਪਲਾਈ ਕਰਾਂਗੇ ਬ੍ਰੈਕਟ ਖੋਲ੍ਹਣ ਵਾਸਤੇ, ਤਾਂ 1.05 ਇੰਟੂ 1.05 ਇਹ ਬਣ ਜਾਏਗੀ ਸਕੁਅਰ, ਮਾਈਨਸ ਫਿਰ 3450 ਰੁਪਏ ਨੂੰ ਆਪਾਂ ਮਲਟੀਪਲਾਈ ਕਰਾਂਗੇ 1.05 ਨਾਲ, ਤਾਂ ਉਹ ਫਿਗਰ ਬਣ ਜਾਏਗੀ 3622 ਰੁਪਏ 50 ਪੈਸੇ। ਹੁਣ ਬੇਟਾ 6300 ਇਜ਼ ਇਕੁਅਲ ਟੂ P ਇੰਟੂ 1.05 ਦੀ ਜਦੋਂ ਆਪਾਂ ਸਕੁਅਰ ਸੋਲਵ ਕਰਾਂਗੇ ਤਾਂ ਉਹ ਬਣ ਜਾਏਗੀ 1.1025 ਮਾਈਨਸ 3622 ਰੁਪਏ 50 ਪੈਸੇ। ਹੁਣ ਆ ਜੋ ਮਾਈਨਸ 3622 ਰੁਪਏ 50 ਪੈਸੇ ਹੈਗੇ ਆ, ਇਸ ਨੂੰ ਆਪਾਂ ਸ਼ਿਫਟ ਕਰ ਦਾਂਗੇ ਲੈਫਟ ਹੈਂਡ ਸਾਈਡ ਦੇ ਵਿੱਚ, ਜੋ ਕਿ 6300 ਰੁਪਏ ਦੇ ਵਿੱਚ ਜਾ ਕੇ ਪਲੱਸ ਹੋ ਜਾਏਗਾ, ਇਕੁਅਲ ਟੂ ਰਹਿ ਜਾਏਗਾ P ਇੰਟੂ 1.1025। ਤਾਂ ਇਹਨਾਂ ਦੋਨਾਂ ਫਿਗਰਾਂ ਨੂੰ ਜੋੜ ਕੇ ਆਪਣੀ ਟੋਟਲ ਅਮਾਊਂਟ ਬਣ ਜਾਏਗੀ 9922 ਰੁਪਏ 50 ਪੈਸੇ ਇਜ਼ ਇਕੁਅਲ ਟੂ P ਇੰਟੂ 1.1025। ਹੁਣ ਪ੍ਰਿੰਸੀਪਲ ਅਮਾਊਂਟ ਫਾਈਂਡ ਆਊਟ ਕਰਨ ਵਾਸਤੇ ਆਪਾਂ ਆ 1.1025 ਨੂੰ ਆਪਾਂ ਸ਼ਿਫਟ ਕਰ ਦਾਂਗੇ ਉੱਥੇ ਲੈਫਟ ਹੈਂਡ ਸਾਈਡ ਤੇ, ਤਾਂ ਇੱਥੇ ਮਲਟੀਪਲਾਈ ਹੈ ਉੱਥੇ ਜਾ ਕੇ ਡਿਵਾਈਡ ਕਰ ਦੇਗਾ, ਤਾਂ 9922 ਰੁਪਏ 50 ਪੈਸੇ ਨੂੰ ਜਦੋਂ ਆਪਾਂ ਡਿਵਾਈਡ ਕਰਾਂਗੇ 1.1025 ਨਾਲ, ਤਾਂ ਆਪਣੀ ਪ੍ਰਿੰਸੀਪਲ ਅਮਾਊਂਟ ਆ ਜਾਏਗੀ 9000 ਰੁਪਏ। ਯਾਨੀ ਕਿ ਉਸਨੇ ਜੋ ਸਮ ਬੋਰੋ ਕੀਤਾ ਸੀ, ਜੋ ਪੈਸਾ ਉਸਨੇ ਉਧਾਰ ਲਿੱਤਾ ਸੀ, ਉਹ ਕਿੰਨੇ ਰੁਪਏ ਲਿੱਤੇ ਸੀ? 9000 ਰੁਪਏ ਲਿੱਤੇ ਸੀ।